ਅੱਛਾ, ਸਭ ਤੋਂ ਪਹਿਲਾਂ ਜਦੋਂ ਤੁਹਾਡੇ ਕੋਲੇ ਕੇਸ ਆਇਆ ਪੇਸ਼ੈਂਟ ਦੀ ਕੰਡੀਸ਼ਨ ਕੀ ਸੀਗੀ ਤੇ ਉਸ ਟਾਈਮ ਸਭ ਤੋਂ ਪਹਿਲਾਂ ਜੋ ਥਾਊਟ ਤੁਹਾਡੇ ਮਾਈਂਡ 'ਚ ਆਇਆ ਉਹ ਕੀ ਸੀ ਡਾਕਟਰ ਸਾਹਿਬ? ਸਭ ਤੋਂ ਪਹਿਲਾਂ ਇਹ ਰਾਤ ਨੂੰ ਕੋਈ 1 ਵਜੇ ਕਰੀਬ ਆਏ ਸਾਡੇ ਕੋਲ। ਉਸ ਟਾਈਮ ਦੇ ਵਿੱਚ ਉਹਨਾਂ ਨੇ ਜਦੋਂ ਐਕਸਰੇ ਦਿਖਾਇਆ ਕਿ ਬੱਚੇ ਦੇ ਸਾਹ ਦੇ ਰਸਤੇ ਇੱਕ ਸੂਈ ਚਲੀ ਸੂਈ ਪਹਿਲੀ ਵਾਰੀ ਦੇਖੀ, ਔਰ 2 ਸਾਲ ਦੇ ਬੱਚੇ ਦੇ ਸਾਹ ਦੇ ਵਿੱਚ ਸੂਈ ਸੀ। ਤਾਂ ਮੈਂ ਵਰੀਡ ਸੀ ਕਿ ਹੋ ਸਕਦਾ ਇਹਦੇ ਨਾਲ ਆਰ ਪਾਰ ਨਾ ਨਿਕਲ ਜਾਵੇ, ਅੱਗੇ ਚਲੀ ਜਾਵੇ, ਬਲੀਡਿੰਗ ਹੋ ਸਕਦੀ ਹੈ। ਪਰ ਬੱਚਾ ਉਲਟੀ ਕਰ ਰਿਹਾ ਸੀ ਵਾਰ-ਵਾਰ, ਔਰ ਸਾਹ ਲੈਣ ਦੇ ਵਿੱਚ ਥੋੜੀ ਪਰੇਸ਼ਾਨੀ ਸੀ। एक्चुअली ऐसे हमने तो सर जो भी नुकीली चीज़ या कोई छोटी चीज़ है सब छुपा रखी है इसकी नज़र से, क्योंकि थोड़ा है शरारती है, घर में हर कोई ढूंढता रहता है। इसके डर से हमने छुपा रखा है। पता नहीं वो धागे की रील इसको मिली कहाँ से, वो खेल रहा था, मम्मी कोई इसका काम कर रही थी, जब खांसता खांसता उल्टी करता आया उसके हाथ में धागे की। बट बच्चा ਇੰਨਾ ਅਨਸਟੇਬਲ ਨਹੀਂ ਸੀ, ਸਟੇਬਲ ਸੀ। ਸੋ ਔਨ ਆਕਸੀਜਨ ਬੱਚਾ ਠੀਕ ਠਾਕ ਸੀ। ਸੋ ਉਸੇ ਤੁਰੰਤ ਮੈਂ ਇਹਨਾਂ ਨੂੰ ਕਿਹਾ ਕਿ ਚਲੋ ਆਪਾਂ ਆਪਰੇਸ਼ਨ ਥੀਏਟਰ ਰੈਡੀ ਕਰਕੇ ਵਿਦਿਨ 15 ਮਿੰਟਸ ਅਸੀਂ ਇਹਨੂੰ ਆਪਰੇਸ਼ਨ ਥੀਏਟਰ 'ਤੇ ਜਾ ਕੇ ਔਰ ਉਸ ਨੂੰ ਬ੍ਰੌਂਕੋਸਕੋਪਿਕਲੀ ਕੱਢ ਦਿੱਤਾ। ਸੋ ਆਈ ਡੋਂਟ ਵਾਂਟ ਟੂ ਵੇਟ ਕਿ ਹੋਰ ਜ਼ਿਆਦਾ ਅੱਗੇ ਨਾ ਚਲੀ ਜਾਵੇ, ਕਿਉਂਕਿ ਸੂਈ ਥੋੜ੍ਹੀ ਜਿਹੀ ਜੋ ਹੋਰ ਅੱਗੇ ਚਲੀ ਜਾਂਦੀ ਕੱਢਣੀ ਮੁਸ਼ਕਿਲ ਹੈ। ਦਾ ਚਿਰਾਗ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡਾ ਆਪਣਾ ਗੁਰਵਿੰਦਰ ਸੈਮ। ਆਪਾਂ ਸਭ ਨੇ ਉਹ ਕਹਾਵਤ ਤਾਂ ਸੁਣੀ ਹੋਏਗੀ, ਜਾਕੋ ਰਾਕੇ ਸਾਈਆਂ ਮਾਰ ਸਕੇ ਨਾ ਕੋਈ। ਜਿੱਥੇ ਅੱਜ ਇੱਕ ਪਾਸੇ ਇਹ ਗੱਲ ਸਾਬਿਤ ਹੁੰਦੀ ਹੈ ਕਿ ਔਖੀ ਘੜੀ ਵਿੱਚ ਰੱਬ ਸਹਾਈ ਹੁੰਦਾ, ਦੂਜੇ ਪਾਸੇ ਉੱਥੇ ਹੀ ਡਾਕਟਰ CMC ਦੇ ਡਾਕਟਰ ਮਾਈਕਲ ਜੀ ਨੇ ਇਹ ਗੱਲ ਸਾਬਿਤ ਕਰ ਦਿਖਾਈ। ਆਖਿਰ ਇਸ ਜੱਗ ਦੇ ਵਿੱਚ ਡਾਕਟਰਾਂ ਨੂੰ ਰੱਬ ਦਾ ਦਰਜਾ ਕਿਉਂ ਦਿੱਤਾ ਜਾਂਦਾ ਹੈ। ਸਾਡੇ ਨਾਲ ਇਸ ਵਕਤ ਡਾਕਟਰ ਮਾਈਕਲ ਜੀ ਮੌਜੂਦ ਨੇ। ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਉਹ ਫਰਿਸ਼ਤੇ ਬਣ ਕੇ ਉਸ ਪਰਿਵਾਰ ਲਈ ਆਏ ਨੇ ਜਿਨ੍ਹਾਂ ਨੇ ਉਹ 2 ਸਾਲ ਦੇ ਬੱਚੇ ਦੀ ਜ਼ਿੰਦਗੀ ਬਚਾਈ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਤੇ। ਥੈਂਕ ਯੂ ਸਰ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜਦੋਂ ਤੁਹਾਡੇ ਕੋਲੇ ਕੇਸ ਆਇਆ ਪੇਸ਼ੈਂਟ ਦੀ ਕੰਡੀਸ਼ਨ ਕੀ ਸੀਗੀ ਤੇ ਉਸ ਟਾਈਮ ਸਭ ਤੋਂ ਪਹਿਲਾਂ ਜੋ ਥਾਊਟ ਤੁਹਾਡੇ ਮਾਈਂਡ 'ਚ ਆਇਆ ਉਹ ਕੀ ਸੀ ਡਾਕਟਰ ਸਾਹਿਬ? ਸਭ ਤੋਂ ਪਹਿਲਾਂ ਇਹ ਰਾਤ ਨੂੰ ਕੋਈ 1 ਵਜੇ ਕਰੀਬ ਆਏ ਸਾਡੇ ਕੋਲ। ਉਸ ਟਾਈਮ ਦੇ ਵਿੱਚ ਉਹਨਾਂ ਨੇ ਜਦੋਂ ਐਕਸਰੇ ਦਿਖਾਇਆ ਕਿ ਬੱਚੇ ਦੇ ਸਾਹ ਦੇ ਰਸਤੇ ਇੱਕ ਸੂਈ ਚਲੀ ਗਈ ਹੈ। ਸੋ ਮੈਂ ਬੱਚਿਆਂ ਦੇ ਵਿੱਚ ਬਹੁਤ ਅਲੱਗ-ਅਲੱਗ ਚੀਜ਼ਾਂ ਦੇਖੀਆਂ, ਕੋਈ ਬਦਾਮ ਖਾ ਕੇ ਆਉਂਦਾ ਜਾਂ ਕੋਈ ਇੱਕ ਸਕਰੂ ਵੀ ਮੈਂ ਕੱਢਿਆ, ਇੱਕ ਬਲਬ LED ਬਲਬ। ਪਰ ਮੈਂ ਸੂਈ ਪਹਿਲੀ ਵਾਰੀ ਦੇਖੀ, ਔਰ 2 ਸਾਲ ਦੇ ਬੱਚੇ ਦੇ ਸਾਹ ਦੇ ਵਿੱਚ ਸੂਈ ਸੀ। ਤਾਂ ਮੈਂ ਵਰੀਡ ਸੀ ਕਿ ਹੋ ਸਕਦਾ ਇਹਦੇ ਨਾਲ ਆਰ ਪਾਰ ਨਾ ਨਿਕਲ ਜਾਵੇ, ਅੱਗੇ ਚਲੀ ਜਾਵੇ, ਬਲੀਡਿੰਗ ਹੋ ਸਕਦੀ ਹੈ। ਪਰ ਬੱਚਾ ਉਲਟੀ ਕਰ ਰਿਹਾ ਸੀ ਵਾਰ-ਵਾਰ, ਔਰ ਸਾਹ ਲੈਣ ਦੇ ਵਿੱਚ ਥੋੜੀ ਪਰੇਸ਼ਾਨੀ ਸੀ। ਬਟ ਬੱਚਾ ਇੰਨਾ ਅਨਸਟੇਬਲ ਨਹੀਂ ਸੀ, ਸਟੇਬਲ ਸੀ। ਸੋ ਔਨ ਆਕਸੀਜਨ ਬੱਚਾ ਠੀਕ ਠਾਕ ਸੀ। ਸੋ ਉਸੇ ਤੁਰੰਤ ਮੈਂ ਇਹਨਾਂ ਨੂੰ ਕਿਹਾ ਕਿ ਚਲੋ ਆਪਾਂ ਆਪਰੇਸ਼ਨ ਥੀਏਟਰ ਰੈਡੀ ਕਰਕੇ ਵਿਦਿਨ 15 ਮਿੰਟਸ ਅਸੀਂ ਇਹਨੂੰ ਆਪਰੇਸ਼ਨ ਥੀਏਟਰ 'ਤੇ ਜਾ ਕੇ ਔਰ ਉਸ ਨੂੰ ਬ੍ਰੌਂਕੋਸਕੋਪਿਕਲੀ ਕੱਢ ਦਿੱਤਾ। ਸੋ ਆਈ ਡੋਂਟ ਵਾਂਟ ਟੂ ਵੇਟ ਕਿ ਹੋਰ ਜ਼ਿਆਦਾ ਅੱਗੇ ਨਾ ਚਲੀ ਜਾਵੇ, ਕਿਉਂਕਿ ਸੂਈ ਥੋੜ੍ਹੀ ਜਿਹੀ ਜੋ ਹੋਰ ਅੱਗੇ ਚਲੀ ਜਾਂਦੀ ਕੱਢਣੀ ਮੁਸ਼ਕਿਲ ਹੋ ਜਾਂਦੀ ਹੈ। ਡਾਕਟਰ ਸਾਹਿਬ, ਦੂਜੇ ਪਾਸੇ ਦੇਖਿਆ ਜਾਂਦਾ ਕਿ ਜਦੋਂ ਇੱਦਾਂ ਦੇ ਕੇਸ ਹੁੰਦੇ ਪਰਿਵਾਰ ਬਹੁਤ ਘਬਰਾਇਆ ਹੋਇਆ ਹੁੰਦਾ, ਉਹਨਾਂ ਨੂੰ ਐਕਚੁਅਲੀ ਕਨਵਿੰਸ ਕਰਨਾ ਬਹੁਤ ਮੁਸ਼ਕਿਲ ਹੁੰਦਾ। ਤੁਹਾਨੂੰ ਕਿ ਇੱਦਾਂ ਡਿਫਿਕਲਟੀ ਆਈ? ਨਹੀਂ, ਪਰਿਵਾਰ ਤਾਂ ਘਬਰਾਇਆ, ਡੈਫੀਨੇਟਲੀ ਘਬਰਾਇਆ। ਕਿਸੇ ਛੋਟੇ ਬੱਚਾ ਸਭ ਤੋਂ ਪ੍ਰੈਸ਼ੀਅਸ ਚੀਜ਼ ਪਰਿਵਾਰ ਵਾਸਤੇ ਬੱਚਾ ਹੀ ਹੁੰਦਾ। ਸੋ ਕਿਸੇ ਛੋਟੇ ਬੱਚੇ ਨੂੰ ਆਪਰੇਸ਼ਨ ਕਰਨ ਵਾਸਤੇ ਕਨਵਿੰਸ ਕਰਨਾ, ਉਹਨੂੰ ਸਮਝਾਉਣਾ ਪੈਂਦਾ ਕਿ ਇਹ। ਪਰ ਉਹ ਹੋਰ ਵੀ ਆਈ ਥਿੰਕ 1-2 ਹਸਪੀਟਲਸ ਦੇ ਵਿੱਚ ਹੋਰ ਵੀ ਹੋ ਗਏ ਸੀਗੇ ਅਤੇ ਉਹਨਾਂ ਨੂੰ ਇਹ ਦੱਸ ਦਿੱਤਾ ਸੀ ਕਿ CMC 'ਚ ਹੋ ਸਕਦਾ। ਸੋ ਉਹ ਆਏ ਇਸ ਪ੍ਰੋਸੀਜਰ ਵਾਸਤੇ ਸੀ, ਲੇਕਿਨ ਉਹਨਾਂ ਨੂੰ ਸਮਝਾਉਣਾ ਕਿ ਕਿੰਨਾ ਡੇਂਜਰ ਹੈ ਇਸ ਦੇ ਵਿੱਚ, ਕਿੰਨਾ ਖਤਰਾ ਹੈ, ਔਰ ਕੀ ਪ੍ਰੋਸੀਜਰ ਉਹ ਸਮਝਾਉਣਾ ਤਾਂ ਪੈਂਦਾ। ਥੋੜ੍ਹਾ ਪੇਰੈਂਟਸ ਵਿੱਚ ਐਂਕਸ਼ੀਅਸਨੈਸ ਤਾਂ ਹੁੰਦੀ ਹੈ। ਸੋ ਮੈਨੂੰ ਜ਼ਿਆਦਾ ਪ੍ਰੋਬਲਮ ਨਹੀਂ ਆਈ, ਬਟ ਪੇਰੈਂਟਸ ਐਜੂਕੇਟਿਡ ਆ, ਔਰ ਪੇਰੈਂਟਸ ਨੇ ਬਹੁਤ ਚੰਗੇ ਤਰੀਕੇ ਨਾਲ ਸਹਿਯੋਗ ਕੀਤਾ। ਔਰ ਮੇਰੇ ਖਿਆਲ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਅਸੀਂ ਆਪਰੇਸ਼ਨ ਥੀਏਟਰ ਦੇ ਵਿੱਚੋਂ ਬਾਹਰ ਪੇਸ਼ੈਂਟ ਆ ਗਿਆ ਸੀ ਤਾਂ ਔਰ ਸੂਈ ਅਸੀਂ ਮੈਂ ਇਹਨਾਂ ਨੂੰ ਦੇ ਦਿੱਤੀ ਸੀ। ਜਿੱਥੇ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਕਿ ਆਪਰੇਸ਼ਨ ਦੇ ਵਿੱਚ ਬੱਚੇ ਨੂੰ ਕੋਈ ਚੀਰਾ ਨਹੀਂ ਦਿੱਤਾ ਗਿਆ, ਕੋਈ ਕੱਟ ਵਗੈਰਾ ਨਹੀਂ ਲਗਾਇਆ ਗਿਆ, ਤਾਂ ਫਿਰ ਆਖਿਰਕਾਰ ਇਹੋ ਜਿਹੀ ਕਿਹੜੀ ਟੈਕਨੋਲੋਜੀ ਹੈ ਜਿਹਦੇ ਵਿੱਚ ਬੱਚੇ ਦੀ ਸਾਹ ਵਾਲੀ ਨਾੜੀ 'ਚੋਂ ਸੂਈ ਡਾਇਰੈਕਟਲੀ ਕੱਢ ਦਿੱਤੀ ਗਈ? ਅਸੀਂ ਮੂੰਹ ਦੇ ਰਸਤੇ ਉਹਦੇ ਸਾਹ ਦੇ ਨਾੜੀ ਦੇ ਵਿੱਚ ਪਾਈਪ ਦੂਰਬੀਨ ਪਾ ਕੇ ਦੇਖੀ ਦੀ ਹੈ। ਸੋ ਉਹ ਦੂਰਬੀਨ ਦੇ ਨਾਲ ਦੇਖ ਲਈਦਾ ਕਿੱਥੇ ਗਾ। ਫਿਰ ਸਾਡੇ ਕੋਲ ਸਪੈਸ਼ਲ ਇੰਸਟਰੂਮੈਂਟ ਹੁੰਦੇ ਆ ਜਦੋਂ ਸਾਨੂੰ ਦਿਖ ਜਾਂਦੀ ਹੈ ਉਹਦੇ ਲਾਈਟਸ, ਔਰ ਸਪੈਸੀਫਿਕ ਕਾਫੀ ਕੰਪਲੀਕੇਟਡ ਇੰਸਟਰੂਮੈਂਟਸ ਹੁੰਦੇ। ਸੋ ਉਹ ਦੇਖ ਕੇ ਉਹਨੂੰ ਫੜ ਕੇ ਉਸੇ ਟਾਈਮ ਤੋਂ ਅੰਡਰ ਵਿਜ਼ਨ ਅਸੀਂ ਉਹਨੂੰ, ਮੈਂ ਤੁਹਾਨੂੰ ਕਹਿ ਸਕਦਾ ਕਿ ਅਸੀਂ TV 'ਤੇ ਦੇਖ ਰਹੇ ਹੁੰਦੇ ਹਾਂ ਔਰ ਇੰਸਟਰੂਮੈਂਟ ਚੱਲ ਰਹੇ ਹੁੰਦੇ, ਫਿਰ ਉਹਨੂੰ ਅੰਡਰ ਵਿਜ਼ਨ ਅਸੀਂ ਕੱਢਦੇ ਨੇ। ਡਾਕਟਰ ਸਾਹਿਬ, ਫਿਰ ਵੀ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਆਖਿਰਕਾਰ ਇੱਦਾਂ ਦੇ ਕੇਸ ਤੁਸੀਂ ਬਹੁਤ ਹੈਂਡਲ ਕੀਤੇ ਨੇ, ਬੱਚਿਆਂ ਨੂੰ ਇੱਦਾਂ ਦੀਆਂ ਚੀਜ਼ਾਂ ਬੱਚੇ ਨਿਗਾਹ ਲੈਂਦੇ ਨੇ, ਤੁਸੀਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ, ਮੇਰਾ ਸਭ ਤੋਂ ਪਹਿਲਾ ਮੈਸੇਜ ਤਾਂ ਇਹ ਹੈ ਕਿ ਇਹ ਅਵੋਇਡੇਬਲ ਆ। ਇੱਦਾਂ ਦੀ ਜੇ ਕਿਸੇ ਨੂੰ ਬੁਖਾਰ ਹੋ ਗਿਆ ਤਾਂ ਹਸਪੀਟਲ ਤਾਂ ਆਉਣਾ ਹੀ ਪੈਂਦਾ, ਪਰ ਇਹ ਬਹੁਤ ਸੀਰੀਅਸ ਹੈ। ਕਈ ਵਾਰ ਜੇ ਇਹ ਤਾਂ ਪਤਲੀ ਚੀਜ਼ ਸੀਗੀ, ਜੇ ਮੋਟੀ ਚੀਜ਼ ਹੋਵੇ ਕਈ ਵਾਰੀ ਸਾਹ ਦੇ ਰਸਤੇ ਚਲਾ ਜਾਵੇ ਤਾਂ ਬੱਚੇ ਦੀ ਜਾਨ ਵੀ ਚਲੀ ਜਾ ਸਕਦੀ ਹੈ, ਸਾਹ ਨਹੀਂ ਆਉਂਦਾ ਬੱਚੇ ਨੂੰ। ਸੋ ਮੇਰਾ ਇਹ ਮੈਸੇਜ ਹੈ ਕਿ ਘਰ ਜਿਹੜਾ ਸਾਡਾ, ਬੱਚਿਆਂ ਵਾਸਤੇ ਕੋਈ ਵੀ ਜਗ੍ਹਾ ਸੇਫ ਨਹੀਂ ਹੈ। ਅਸੀਂ ਆਪਣੇ ਘਰ ਨੂੰ ਬੱਚਿਆਂ ਵਾਸਤੇ ਸੇਫ ਬਣਾਈਏ। ਹਰ ਜਗ੍ਹਾ ਛੋਟੀ, ਜਿੱਦਾਂ ਇਹ ਹੁਣ ਸੂਈ ਬੱਚੇ ਕੋਲ ਰਾਤ ਨੂੰ ਗਈ ਕਿੱਦਾਂ, ਇਹ ਤਾਂ ਮਤਲਬ ਛੋਟੀ ਜੇ ਕੱਪੜੇ ਸਿਉਣ ਵਾਲੀ ਸੂਈ ਤੁਸੀਂ ਬੱਚੇ ਨੂੰ ਕਿੱਦਾਂ ਦੇ ਸਕਦੇ ਆ? ਉਹ ਹੁਣ ਮਾਂ ਪਿਓ ਦੀ ਅਣਗਹਿਲੀ ਹੈ ਅਤੇ ਉਹਨਾਂ ਨੇ ਜਾਣਬੁੱਝ ਕੇ ਨਹੀਂ ਦਿੱਤੀ, ਮੈਂ ਨਹੀਂ ਕਹਿੰਦਾ, ਬਟ ਫਿਰ ਵੀ ਇੱਦਾਂ ਦੀ ਚੀਜ਼ਾਂ ਸਾਨੂੰ ਬੱਚਿਆਂ ਤੋਂ ਦੂਰ ਰੱਖਣੀਆਂ।
ਘਰ ਦੇ ਵਿੱਚ ਛੋਟੇ ਬੀਡਸ ਜਿੱਦਾਂ ਮੋਤੀ ਹੁੰਦੇ ਆ ਮਾਂ ਦੇ ਵਿੱਚ, ਅਸੀਂ ਮਦਰ ਨੂੰ ਇਹ ਵੀ ਕਹਿੰਦੇ ਤੁਸੀਂ ਹੱਥਾਂ ਦੇ ਵਿੱਚ ਇੱਦਾਂ ਦੇ ਆਪਣੇ ਔਰਨਾਮੈਂਟਸ ਨਾ ਪਾਓ ਜਿਨ੍ਹਾਂ ਦੇ ਵਿੱਚ ਮੋਤੀ ਲਟਕ ਰਹੇ ਆ। ਬੱਚੇ ਉਹ ਤੋੜ ਕੇ ਕੰਨਾਂ ਦੇ ਵਿੱਚੋਂ, ਇੱਕ ਮਦਰ ਆਈ ਸਾਡੇ ਕੋਲੇ, ਉਹ ਕੰਨ ਦੇ ਵਿੱਚ ਉਹਨਾਂ ਨੇ ਵਾਲੀ ਪਾਈ ਸੀ, ਉਹਦੇ 'ਚ ਮੋਤੀ ਸੀ, ਉਹ ਬੱਚੇ ਨੇ ਤੋੜ ਕੇ ਉਹ ਸਾਹ ਦੇ ਰਸਤੇ ਲੈ ਗਿਆ। ਸੋ ਕੋਈ ਵੀ ਜਗ੍ਹਾ ਬੱਚਿਆਂ ਵਾਸਤੇ ਸੇਫ ਨਹੀਂ ਹੈ। ਤੁਸੀਂ ਬੈੱਡ ਦੇ ਕੋਨੇ ਹੈ, ਟੇਬਲ ਦੇ ਕੋਨੇ, ਬੱਚੇ ਸਿਰ 'ਚ ਮਾਰ ਕੇ ਆ ਜਾਂਦੇ ਆ, ਬਲੀਡਿੰਗ ਹੋ ਰਹੀ ਹੁੰਦੀ ਆ, ਹੱਥ ਬੱਚੇ ਦਰਵਾਜ਼ੇ 'ਚ ਦੇ ਦਿੰਦੇ ਆ, ਜਾਂ ਅਲਮਾਰੀ ਤਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਕਿ ਅਲਮਾਰੀ ਕਿਸ ਤਰ੍ਹਾਂ ਖੁੱਲ੍ਹੇ ਨਾ, ਬੱਚਿਆਂ ਤੋਂ ਨਾ ਖੁੱਲ੍ਹੇ। ਸੋ ਸਾਡਾ ਮੇਰਾ ਸਭ ਕੁਝ ਕੇਸਾਂ 'ਚ ਦੇਖਿਆ ਜਾਂਦਾ ਕਿ ਜ਼ਿਆਦਾਤਰ ਜਿਵੇਂ ਘਰ ਹੀ ਲੋਕੀ ਘਰੇ ਬਹੁਤ ਇਲਾਜ ਕਰਦੇ ਨੇ ਕਿ ਵੋਮਟਿੰਗਸ ਆ ਗਈਆਂ, ਨਮਕ ਵਾਲਾ ਪਾਣੀ ਦੇ ਤੋਂ ਉਲਟੀਆਂ ਆਉਣਗੀਆਂ ਤਾਂ ਬਾਹਰ ਆ ਜੂਗੀ। ਤੁਸੀਂ ਫਸਟ ਪ੍ਰੈਫਰ ਕੀ ਕਰਦੇ ਹੋ ਕਿ ਜਦੋਂ ਕਿ ਇੱਦਾਂ ਦਾ ਹਾਦਸਾ ਹੋ ਜਾਏ ਸਭ ਤੋਂ ਪਹਿਲਾਂ ਹਸਪੀਟਲ ਨਹੀਂ ਪਹੁੰਚਣਾ ਚਾਹੀਦਾ? ਡੈਫੀਨੇਟਲੀ ਜਿੰਨਾ ਛੇਤੀ ਹੋ ਸਕੇ ਹਸਪੀਟਲ ਪਹੁੰਚੋ, ਕਿਉਂਕਿ ਜੇ ਕਈ ਵਾਰੀ ਜੇ ਸਾਹ ਦੇ ਰਸਤੇ ਕੋਈ ਚੀਜ਼ ਚਲੀ ਜਾਵੇ ਤਾਂ ਜਾਨਲੇਵਾ ਵੀ ਹੋ ਸਕਦੀ ਹੈ। ਔਰ ਜਿੰਨੀ ਜਲਦੀ ਅਸੀਂ ਕੱਢ ਦਈਏ ਉਨਾ ਜਲਦੀ ਠੀਕ ਹੁੰਦਾ। ਜਿੰਨਾ ਲੇਟ ਆਓਗੇ, ਕਈ ਵਾਰੀ ਬੱਚਿਆਂ ਨੂੰ ਸਾਹ ਦੇ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਤਾਂ ਉਹਨੂੰ ਵੈਂਟੀਲੇਟਰ 'ਤੇ ਪਾਉਣਾ ਪੈਂਦਾ। ਸੋ ਉਹ ਹਸਪੀਟਲ ਸਟੇ ਔਰ ਖਰਚਾ ਵਧਾਉਂਦਾ। ਸੋ ਜੇ ਕਿਸੇ ਵੈਸੀ ਗੱਲ ਤਾਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰੋ, ਆਪਣੇ ਬੱਚਿਆਂ ਨੂੰ ਇੱਦਾਂ ਦੀ ਚੀਜ਼ਾਂ ਤੋਂ ਦੂਰ ਰੱਖੋ, ਕਿਉਂਕਿ ਬੱਚਿਆਂ ਦੀ ਟੈਂਡੈਂਸੀ ਕੀ ਹੈ ਕਿ ਜੇ ਕੋਈ ਵੀ ਚੀਜ਼ ਉਹਨੂੰ ਮਿਲੂਗੀ ਉਹ ਮੂੰਹ 'ਚ ਪਾਊਗਾ। ਔਰ ਛੋਟੇ ਬੱਚੇ ਜਦੋਂ ਮੂੰਹ 'ਚ ਪਾਉਂਦੇ ਉਹ ਸਾਹ ਦੇ ਰਸਤੇ ਲੈ ਜਾਂਦੇ ਆ, ਉਹਨਾਂ 'ਚ ਖਾਂਸੀ ਦਾ ਰਿਫਲੈਕਸ, ਜਦੋਂ ਅਸੀਂ ਲੈ ਕੇ ਜਾਂਦੇ ਅਸੀਂ ਮੂੰਹ 'ਚ ਪਾਉਂਦੇ ਹਾਂ, ਸਾਨੂੰ ਖਾਂਸੀ ਆ ਜਾਂਦੀ ਜੇ ਸਾਹ ਦੇ ਰਸਤੇ ਕੁਛ ਜਾਵੇ ਤਾਂ, ਅਤੇ ਉਹ ਚੀਜ਼ ਉਹਨਾਂ ਦੀ ਡਿਵੈਲਪ ਨਹੀਂ ਹੁੰਦੀ ਅਤੇ ਉਹ ਸਾਹ ਦੇ ਰਸਤੇ ਲੈ ਜਾਂਦੇ ਆ। ਸੋ ਤੁਰੰਤ ਉਹਨਾਂ ਨੂੰ ਹਸਪੀਟਲ, ਤੁਹਾਡੇ ਨੇੜੇ ਦੇ ਹਸਪੀਟਲ ਲੈ ਕੇ ਜਾਓ। ਔਰ ਆਲੇ ਦੁਆਲੇ ਦੇ ਵਿੱਚ ਸਾਡੇ ਕੋਲ ਹੀ ਬੱਚਿਆਂ ਦੀ ਬ੍ਰੋਂਕੋਸਕੋਪੀ ਹੈ, ਅਡਲਟ ਬ੍ਰੋਂਕੋਸਕੋਪੀ ਤਾਂ ਹਰ ਹਸਪੀਟਲ 'ਚ ਮੈਜੋਰਟੀ ਹੁੰਦੀ ਹੈ, ਪਰ ਬੱਚਿਆਂ ਦੀ ਬ੍ਰੋਂਕੋਸਕੋਪੀ ਸਿਰਫ ਇੱਥੇ ਹੀ ਹੈ। ਔਰ ਬੱਚਿਆਂ ਦੇ ਵਾਸਤੇ ਸਭ ਸੰਪੂਰਨ ਸੇਵਾਵਾਂ ਇੱਥੇ ਅਵੇਲੇਬਲ ਹੈ। ਡਾਕਟਰ ਸਾਹਿਬ ਇੱਕ ਆਖਰੀ ਕੁਐਸਚਨ ਤੁਹਾਡੇ ਨਾਲ ਇਹ ਕਰਨਾ ਚਾਹੂੰਗਾ ਕਿ ਕਿੰਨੇ ਘੰਟੇ ਲੱਗੇ ਇਸ ਆਪਰੇਸ਼ਨ ਨੂੰ, ਤੇ ਬੱਚੇ ਦੀ ਹੁਣ ਕੰਡੀਸ਼ਨ ਕੀ ਹੈ? ਬੱਚੇ ਦੀ ਕੰਡੀਸ਼ਨ ਤਾਂ ਤੁਸੀਂ ਦੇਖ ਹੀ ਲਈ ਹੋਣੀ, ਬੱਚਾ ਠੀਕ ਠਾਕ ਹੈ ਬਿਲਕੁਲ। ਔਰ ਘੰਟੇ ਤਾਂ ਨਹੀਂ ਲੱਗੇ, ਵਿਦਿਨ ਹਾਫ ਐਨ ਆਵਰ ਇਹ ਸਭ ਕੁਝ ਪ੍ਰੋਸੀਜਰ ਹੋ ਗਿਆ ਸੀਗਾ ਸਰ। ਤੁਸੀਂ ਦੇਖਿਆ ਅਸੀਂ ਗੱਲ ਕੀਤੀ ਡਾਕਟਰ ਮਾਈਕਲ ਜੀ ਨਾਲ, ਜਿਨ੍ਹਾਂ ਦੇ ਮਿਹਨਤ ਸਦਕਾ ਬਦੌਲਤ, ਜਿੱਥੇ ਇੱਕ ਪਾਸੇ ਕਿਤੇ ਕਿਹਾ ਜਾਂਦਾ ਕਿ ਡਾਕਟਰਾਂ 'ਚ ਇਨਸਾਨੀਅਤ ਨਹੀਂ ਹੁੰਦੀ, ਉੱਥੇ ਹੀ ਡਾਕਟਰ ਮਾਈਕਲ ਆਪਣੇ ਆਪ 'ਚ ਮਿਸਾਲ ਨੇ। ਉਸ 2 ਸਾਲ ਦੀ ਬੱਚੇ ਦੀ ਜ਼ਿੰਦਗੀ ਬਚਾ ਕੇ ਉਸ ਪਰਿਵਾਰ ਲਈ ਫਰਿਸ਼ਤਾ ਬਣੇ ਨੇ। ਆਪਾਂ ਉਸ ਪਰਿਵਾਰ ਨਾਲ ਵੀ ਤੁਹਾਡੇ ਨਾਲ ਰੂਬਰੂ ਕਰਵਾਵਾਂਗੇ ਅਤੇ ਜਾਣਾਂਗੇ ਆਖਿਰਕਾਰ ਐਡੀ ਵੱਡੀ ਅਣਗਹਿਲੀ ਮਾਂ ਪਿਓ ਤੋਂ ਹੋਈ ਕਿੱਦਾਂ। ਸਾਡੇ ਨਾਲ ਇਸ ਵਕਤ ਉਸ 2 ਸਾਲ ਦੇ ਬੱਚੇ ਸਾਕਿਬ ਦੇ ਪੇਰੈਂਟਸ ਵੀ ਜੁੜ ਚੁੱਕੇ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਕੀ ਨਾਮ ਹੈ ਤੁਹਾਡਾ? मेरा नाम सुजीत कुमार है। ਸਰ 2 ਸਾਲ ਦੇ ਬੱਚੇ ਦੇ ਹੱਥ ਸੂਈ ਆਖਿਰਕਾਰ ਲੱਗੀ ਕਿੱਦਾਂ? एक्चुअली ऐसे हमने तो सर जो भी नुकीली चीज़ या कोई छोटी चीज़ है सब छुपा रखी है इसकी नज़र से, क्योंकि थोड़ा है शरारती है, घर में हर कोई ढूंढता रहता है, इसके डर से हमने छुपा रखा है। पता नहीं वो धागे की रील इसको मिली कहाँ से, वो खेल रहा था, मम्मी कोई इसका काम कर रही थी, जब खांसता खांसता उल्टी करता आया, उसके हाथ में धागे की रील देखी तो उस समय भी ਤੁਹਾਨੂੰ ਕਦੋਂ ਤੇ ਕਿੱਦਾਂ ਪਤਾ ਲੱਗਿਆ ਕਿ ਬੱਚੇ ਨੇ ਸੂਈ ਨਿਕਲ ਲਈ ਹੈ? सुई का तो हमें एक अंदाज़ा ही था कि क्योंकि उसके हाथ में धागे की रील थी। तो जब शाम को दोबारा इसने उल्टी की तो हमें लगा कि कुछ गड़बड़ है, तो हमने ENT स्पेशलिस्ट डॉक्टर बगल में उनको दिखाया। उन्होंने बोला गले में कुछ दिख तो रहा है नहीं, मैं फिर भी आपको एक्सरे लिख देता हूँ। हम एक्सरे करवाने गए, तब हमें शाम को 7 बजे के आसपास पता लगा कि इसके गले में सुई है। आप उसके बाद सीधा यहीं पे आए कि पहले कहीं और आपने दिखाया बच्चे को? वहाँ भी उन्होंने कहा था कि सबसे नज़दीकी लुधियाना में आपका DMC ही रहेगा। उन्होंने हमें सलाह दी DMC की, हम फिर तैयारी करके DMC चले आए। DMC में भी उन्होंने एक्सरे लिया, फिर वहाँ उन्होंने बताया कि ये जो है सांस की नली में चली गई है, और सांस की नली से निकालने के लिए ब्रोंकोस्कोपी है, तो जो उनके पास फैसिलिटी थी नहीं, तो उन्होंने हमें यहाँ रेफ़र किया। हम यहाँ पे आए, यहाँ पे भी उन्होंने आपको CMC में रेफ़र कर दिया? उन्होंने हमें यहाँ रेफ़र किया, CMC में रेफ़र किया उन्होंने। तो CMC के डॉक्टर्स ने आपको अच्छे से समझाया, कोई ऐसा तो नहीं कोई दिक्कत हुई हो आपको? नहीं, जब सब यहाँ पे आए तुरंत हमें अटेंड किया, उन्होंने तुरंत एक्सरे निकाला ये चेक करने के लिए कि वो मूव तो नहीं कर रहा है सुई। तो एक्सरे निकाल के उन्होंने हमसे बताया कि इसको हम ऑपरेट रात में ही कर देंगे, और फिर जो है उन्होंने सारा हमें समझाया कि ये सिस्टम क्या होता है। उन्होंने डॉक्टर विशाल नाम है उनका, उन्होंने हमें बताया सारा कि ये जो है ब्रोंकोस्कोपी क्या होता है, और उन्होंने बताया कि 90% केस में निकल जाता है। हालांकि वो हर चीज़ में छोटा मोटा रहता ही, उन्होंने भी आगे बताया नहीं था, लेकिन ये है कि हमारा लगभग 1:30-2 बजे उन्होंने सुई निकाल के हमें बच्चा। कितने घंटे चला ऑपरेशन? ऑपरेशन तो ज़्यादा देर नहीं, लगभग 45 मिनट के आसपास चला होगा ऑपरेशन। 45 मिनट के बाद वो आ गए थे, उन्होंने हमें सुई दिखाई कि ये बच्चे सुई निकली, फिर इसको वार्ड में शिफ्ट कर दिया। रात में थोड़ा बच्चा परेशान हो रहा था, लेकिन उसके बाद ठीक है अब। साकिब को उसके बाद कोई दिक्कत तो नहीं हुई, उल्टी वगैरह या कुछ और उसके बाद? बिल्कुल दिक्कत नहीं है, बस वो कल से ही मतलब उन्होंने सब सवेरे डॉक्टर साहब दिखने भी आए थे, उन्होंने कहा कि कोई बात नहीं, सब ठीक है, इसको आराम से खिलाइए पिलाइए, तो नॉर्मल ये ठीक है, बस ये ऑब्जर्वेशन में है उनके अभी। सर फिर भी एक बार कहीं आपको नहीं लगता कि कहीं ना कहीं कोई ना कोई तो चूक हुई होगी आपसे या कैसे भी, क्योंकि 2 साल का बच्चा है छोटा, उसको इतनी समझ नहीं है, लेकिन कहीं आपका ध्यान रखने में कोई तो चूक हुई होगी?
नहीं, जैसे वो ये हो सकता है, वो आप जिसको जो कह लीजिए, क्यों कहिए अपने नज़र में, क्योंकि हमने अपनी तरफ से 100% कोशिश की थी, क्योंकि जहाँ पे मशीन थी धागा वहीं हो सकता है, और वहाँ से जो मशीन में धागे की डिबिया होती है हमने उसको छुपा के कपड़ में रख दिया है कि ये, क्योंकि वो बार बार उसको खोलता था बंद करता था, तो हमने उठा दिया। मे भी गलती से कहीं ना कहीं वो धागा छूट गया होगा जो इसने उठा लिया। लेकिन हमने यही सोचा कि जब हम घर जाएंगे तो सबसे पहले तो जो जिसकी जहाँ तक हाथ जा सकते हैं वो सारी चीज़ें हटा देनी है हमने, बिल्कुल, या उनको लॉक कर देना है। बिल्कुल। आप उन पेरेंट्स को क्या एक बार जिनके छोटे बच्चे हैं, अगर आप उनको कोई मैसेज देना चाहोगे तो आप क्या मैसेज दोगे उन पेरेंट्स? मैं पेरेंट्स को यही मैसेज देना चाहता हूँ कि थोड़ा सा बच्चे का ख्याल रखिए, हमसे जो गलती हुई है आप नहीं दोहराइए, और जो कुछ नुकीली चीज़ या छोटी चीज़ ऐसी है जो बच्चा गले में ले सकता है, कहीं अटक सकती है, उसको दूर रखिए, और बच्चे को जो है उनका प्रॉपर टाइम दीजिए ताकि जो है वो अकेले न रहें। ਤੁਸੀਂ ਦੇਖਿਆ ਕਿ ਸਾਡੇ ਵੱਲੋਂ ਬੱਚੇ ਦੇ ਪੇਰੈਂਟਸ ਨਾਲ ਗੱਲਬਾਤ ਕੀਤੀ ਗਈ, ਸਾਕਿਬ ਦੇ ਪੇਰੈਂਟਸ ਨਾਲ। ਮੈਂ ਇੱਕ ਵਾਰ ਕਹੂੰਗਾ ਕੈਮਰਾਮੈਨ ਨੂੰ ਸਾਕਿਬ ਦਾ ਫੇਸ ਦਿਖਾ ਸਕਦੇ ਹੋ ਕਿ ਕਿੱਦਾਂ ਇੱਕ ਰੱਬ ਰੂਪੀ ਬੱਚਾ ਆਪ ਉਹਦੀ ਮਾਸੂਮੀਅਤ ਤੁਸੀਂ ਦੇਖ ਸਕਦੇ ਹੋ ਉਸ ਬੱਚੇ ਦੀ। ਉਹਨੂੰ ਕੋਈ ਇੰਨੀ ਸਮਝ ਨਹੀਂ ਹੈ ਕਿ ਆਖਿਰਕਾਰ ਕਿਹੜੀ ਚੀਜ਼ ਖਾਣ ਵਾਲੀ ਹੈ ਕਿਹੜੀ ਚੀਜ਼ ਨਹੀਂ, ਲੇਕਿਨ ਫਿਰ ਵੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਾਂਗੇ ਕਿ ਛੋਟੇ ਛੋਟੇ ਬੱਚਿਆਂ ਦਾ ਖਾਸ ਕਰਕੇ ਖਿਆਲ ਰੱਖਿਆ ਜਾਵੇ, ਵੱਧ ਤੋਂ ਵੱਧ ਜੋ ਇਹੋ ਜਿਹੀਆਂ ਚੀਜ਼ਾਂ ਨੇ ਉਹਨਾਂ ਦੀ ਪਹੁੰਚ ਤੋਂ ਦੂਰ ਰੱਖੀਆਂ ਜਾਣ, ਤਾਂ ਕਿ ਆਉਣ ਵਾਲੇ ਮਤਲਬ ਅੱਗੇ ਤੋਂ ਕੋਈ ਇੱਦਾਂ ਦੀ ਵੱਡੀ ਘਟਨਾ ਨਾ ਵਾਪਰ ਸਕੇ। ਇਸ ਤਰ੍ਹਾਂ ਦੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਨਾਲ। ਕੈਮਰਾ ਪਰਸਨ ਨਾਲ ਮੈਂ ਗੁਰਵਿੰਦਰ ਸੈਮ।